ਪੂਰੀ ਇਲੈਕਸ਼ਨ ਕੈਂਪੇਨ ਕਿਸ ਤਰੀਕੇ ਨਾਲ ਤੁਸੀਂ ਅੱਗੇ ਵਧਾ ਰਹੇ ਹੋ, ਥੋੜਾ ਜਿਹਾ ਉਸਨੂੰ ਐਲੈਬੋਰੇਟ ਕਰ ਦਿਓ। ਤੇ ਜੋ ਮੈਂ ਆਲਰੇਡੀ ਜ਼ਿਕਰ ਕਰ ਚੁੱਕਿਆ ਕਿ ਤੁਸੀਂ ਬਹੁਤ ਸਟਰੋਂਗ ਕੈਂਡੀਡੇਟ ਹੋ ਪੀਐਮ ਰੇਸ ਦੇ ਵਿੱਚ, ਤੇ ਆਪਣੀ ਦਾਅਵੇਦਾਰੀ ਨੂੰ ਕਿਸ ਸਟੇਜ ਦੇ ਉੱਤੇ ਇਸ ਸਮੇਂ ਤੁਸੀਂ ਦੇਖ ਰਹੇ ਹੋ? ਪਹਿਲਾਂ ਤਾਂ ਜਿੰਨੇ ਵੀ ਸਾਰੇ ਵਿਊਅਰਸ ਵੇਖ ਰਹੇ ਨੇ, ਮੈਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਲੋਕੀ ਸਾਰੇ ਦੁਨੀਆ ਦੇ ਉੱਪਰ ਬਹੁਤ ਸਾਰੇ ਮੈਸੇजेस ਫੋਨ ਕਾਲਾਂ ਭੇਜ ਰਹੇ ਨੇ, ਐਂਡ ਵੀ ਰੀਲੀ ਅਪਰੀਸ਼ੀਏਟ ਆਲ ਆਫ ਦੈਟ। ਅਸੀਂ ਇੱਕ ਵਾਰੀ ਹਿਸਟਰੀ ਕੈਂਪ ਕਰਨ ਚੱਲੇ ਹਾਂ, ਬਿਕਾਜ਼ ਕੈਨੇਡਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਸਾਡੇ ਕੋਈ ਇਮੀਗ੍ਰੈਂਟ ਜਾਂ ਮਲਟੀਕਲਚਰ ਕਮਿਊਨਿਟੀ ਤੋਂ ਕੋਈ ਅੱਗੇ ਆਇਆ ਰੇਸ ਵਾਸਤੇ, ਨਾਟ ਓਨਲੀ ਟੂ ਬਿਕਮ ਦ ਲੀਡਰ ਆਫ ਦ ਲਿਬਰਲ ਪਾਰਟੀ ਬਟ ਆਲਸੋ ਫॉर ਦ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਸੋ ਇੱਕ ਬਹੁਤ ਹਿਸਟੋਰਿਕ ਮੋਮੈਂਟ ਹੈ। ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਮੈਂ ਇਸ ਰੇਸ ਦੇ ਵਿੱਚ ਕਿਉਂ ਆਈ ਹਾਂ, ਅਸੀਂ ਨੈਕ ਟੂ ਨੈਕ ਚੱਲ ਰਹੇ ਹਾਂ ਰੇਸ ਦੇ ਵਿੱਚ ਐਜ਼ ਅ ਫਰੰਟ ਰਨਰ। ਇਸੀ ਵਜ੍ਹਾ ਸੇ ਕਿ ਜਿੰਨੇ ਵੀ ਬਾਕੀ ਕੈਂਡੀਡੇਟਸ ਨੇ ਉਹ ਜਾਂ ਤੇ ਟਰੂਡੋ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ, ਜਾਂ ਐਮਪੀ ਰਹਿ ਚੁੱਕੇ ਨੇ, ਜਾਂ ਐਡਵਾਈਜ਼ਰ ਰਹਿ ਚੁੱਕੇ ਨੇ, ਤੇ ਸਿਰਫ ਮੈਂ ਆ ਕੱਲੀ ਕੈਂਡੀਡੇਟ ਜਿਹੜੀ ਇੱਕ ਲੋਕਾਂ ਨੂੰ ਇੱਕ ਨਵਾਂ ਵਿਜ਼ਨ, ਇੱਕ ਨਵਾਂ ਫੇਸ, ਇੱਕ ਨਵੇਂ ਆਈਡੀਆ ਦੇ ਰਹੀ ਹਾਂ। ਤੇ ਉਹ ਜਿਹੜੇ ਨਵੇਂ ਆਈਡੀਆ ਮੈਂ ਅੱਗੇ ਪੁੱਟ ਕਰ ਰਹੀ ਹਾਂ ਕਿ ਲੋਕੀ ਬਹੁਤ ਐਕਸਾਈਟਡ ਹੋ ਰਹੇ ਨੇ ਸਾਡੇ ਸਾਰੇ ਕੰਟਰੀ ਦੇ ਵਿੱਚ। ਕਜ਼ ਮੈਂ ਕਿਹਾ ਹੈਗਾ ਕਿ ਮੈਂ ਜਿਹੜੀ ਆਪਣੀ ਪਾਰਟੀ ਹੈ ਲਿਬਰਲ ਪਾਰਟੀ ਵਾਪਸ ਸੈਂਟਰ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ, ਉਹ ਪਾਲਿਸੀਜ਼ ਨਾਲ ਜਿਹੜੀਆਂ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ। ਮੈਂ ਇਸ ਰੇਸ ਦੇ ਵਿੱਚ ਇਸ ਕਰਕੇ ਆ ਰਹੀ ਹਾਂ, not to look for a job but to actually make a difference, to stand up for Canadians and fight for a country which I so deeply love। ਜੀ ਮੈਮ, ਕਿਉਂਕਿ ਇਸ ਸਮੇਂ ਤੁਸੀਂ ਪੰਜਾਬ ਤੇ ਪੰਜਾਬੀ ਤੁਹਾਨੂੰ ਖਾਸ ਤੌਰ ਤੇ ਦੇਖ ਰਹੇ ਹੋਣਗੇ ਇਸ ਸ਼ੋਅ ਦੇ ਜ਼ਰੀਏ, ਇਸ ਕਰਕੇ ਮੈਂ ਕੁਐਸਚਨ ਵੀ ਤੁਹਾਨੂੰ ਥੋੜ੍ਹੇ ਜਿਹੇ ਪੰਜਾਬ ਦੇ ਨਾਲ ਰਿਲੇਟਡ ਪੁੱਛਣ ਦੀ ਕੋਸ਼ਿਸ਼ ਕਰਾਂਗਾ। ਪੰਜਾਬ ਤੇ ਪੰਜਾਬੀਆਂ ਦੇ ਨਾਲੋਂ, ਚਾਹੇ ਇੰਡੀਆ ਦੇ ਵਿੱਚ ਹੋਣ, ਪੰਜਾਬ ਦੇ ਵਿੱਚ ਹੋਣ, ਜਾਂ ਫਿਰ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਰਹਿੰਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ, ਉਹਨਾਂ ਦੇ ਨਾਲ ਆਪਣੇ ਰਿਲੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜੇ ਮੈਂ ਸਾਂਝ ਸ਼ਬਦ ਦਾ ਇਸਤੇਮਾਲ ਕਰਾਂ ਤਾਂ ਆਈ ਥਿੰਕ ਬੈਟਰ ਹੋਏਗਾ। ਹਾਂਜੀ, ਅਸੀਂ ਵੇਖਦੇ ਹਾਂ ਕਿ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਇੱਥੇ ਕੈਨੇਡਾ ਦੇ ਵਿੱਚ ਬਹੁਤ ਤਰੱਕੀ ਕਰ ਚੁੱਕੀ ਹੈ। ਕਾਫੀ ਆਪਣੇ ਜਿਹੜੇ ਬਿਜ਼ਨਸ ਹੈਗੇ ਨੇ ਲੋਕ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ, ਉਹ ਬਹੁਤ ਸਕਸੈਸ ਹੋਏ ਨੇ। ਐਂਡ ਇੱਕ ਬਿਜ਼ਨਸ ਵੂਮਨ ਹੋਣ ਦੇ ਨਾਤੇ ਮੈਂ ਜਿਹੜੀਆਂ ਮੁਸ਼ਕਲਾਂ ਆਪਣੇ ਬਿਜ਼ਨਸ ਲੋਕਾਂ ਨੂੰ ਆਉਂਦੀਆਂ ਨੇ, ਸਿਰਫ ਪੰਜਾਬੀਆਂ ਨੇ ਨਹੀਂ ਪਰ ਸਾਰੇ ਕੈਨੇਡਾ ਵਾਲੇ ਜਿੰਨੇ ਵੀ ਬਿਜ਼ਨਸ ਲੋਕ ਨੇ, ਐਂਟਰਪ੍ਰੈਨਿਓਰਸ ਨੇ, ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਬਿਜ਼ਨਸ ਚਲਾਉਣ ਦੇ ਵਿੱਚ, ਜਾਂ ਜਿਹੜੀਆਂ ਉਹਨਾਂ ਦੀਆਂ ਕੰਪਲੇਂਟਾਂ ਨੇ ਟੈਕਸੇਸ਼ਨ ਬਾਰੇ, ਜਾਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਜੌਬਸ ਕ੍ਰੀਏਟ ਕਰਨ ਵਾਸਤੇ, ਉਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ, ਉਹ ਜਿਹੜੀ ਸਾਰੀ ਪਰਸਪੈਕਟਿਵ ਹੈ, ਇਨਸਾਈਟ ਹੈ, ਉਹ ਮੈਂ ਸਮਝ ਸਕਦੀ ਹਾਂ ਬਿਕਾਜ਼ ਆਈ ਮਾਈਸੈਲਫ ਐਜ਼ ਅ ਬਿਜ਼ਨਸ ਵੂਮਨ। ਜਿਹੜੇ ਵੀ ਫੈਮਲੀਜ਼ ਇੱਥੇ ਹੈਗੀਆਂ ਨੇ ਕੈਨੇਡਾ ਦੇ ਵਿੱਚ, ਭਾਵੇਂ ਜਿੱਥੋਂ ਮਰਜ਼ੀ ਦੁਨੀਆ ਦੇ ਵਿੱਚ ਵਸਦੀਆਂ ਨੇ, ਜਿਹੜੇ ਇਸ਼ੂਜ਼ ਨੇ ਉਹ ਕਾਫੀ ਸੇਮ ਹੈਗੇ ਨੇ। ਪਹਿਲਾਂ ਤੇ ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਨੇ ਇੱਥੇ ਕੈਨੇਡਾ ਦੇ ਵਿੱਚ, ਉਹ ਇੰਨੀਆਂ ਵੱਧ ਚੁੱਕੀਆਂ ਨੇ ਕਿ ਲੋਕਾਂ ਨੂੰ ਮੁਸ਼ਕਲ ਹੋ ਗਈ ਹੈ ਘਰ ਵੀ ਖਰੀਦਣ ਵਾਸਤੇ। ਜਿਹੜੇ ਇੱਥੋਂ ਦੇ ਯੂਥ, ਯੰਗ ਜਨਰੇਸ਼ਨ ਹੈ, ਉਹ ਪੜ੍ਹ ਲਿਖ ਕੇ ਵੀ ਉਹਨਾਂ ਨੂੰ ਨਵਾਂ ਘਰ ਜਦੋਂ ਲੈਣਾ ਪੈਂਦਾ ਹੈ, ਉਹ ਅਫੋਰਡ ਹੀ ਨਹੀਂ ਕਰ ਸਕਦੇ। ਜਦੋਂ ਉਹ ਇੰਨੀ ਮਿਹਨਤ ਵੀ ਕਰਦੇ ਨੇ, ਆਪਣੀ ਪੇ ਚੈੱਕ ਵੀ ਕਮਾਉਂਦੇ ਨੇ, ਇੱਕ ਪੇ ਚੈੱਕ ਤੋਂ ਲੈ ਕੇ ਦੂਜਾ ਪੇ ਚੈੱਕ ਜਦੋਂ ਉਹ ਸਾਰੇ ਟੈਕਸ ਦੇਣੇ ਪੈਂਦੇ ਨੇ, ਉਹ ਬਹੁਤ ਥੋੜਾ ਬਚਦਾ ਹੈ ਉਹਨਾਂ ਵਾਸਤੇ। ਸੋ ਇਹ ਜਿਹੜੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ, ਅਸੀਂ ਗਰੋਸਰੀ ਪ੍ਰਾਈਸਿਸ ਵੇਖਦੇ ਹਾਂ ਕਿ ਸਭ ਤੋਂ ਹਾਈ ਮਹਿੰਗਾਈ ਇੰਨੀ ਹੋ ਗਈ ਹੈ ਕਿ ਉਹ ਵੀ ਚੀਜ਼ਾਂ ਦੀਆਂ ਮਹਿੰਗੀਆਂ ਹੋ ਗਈਆਂ ਨੇ। ਜੌਬਸ ਕ੍ਰੀਏਸ਼ਨ ਕਰਨ ਵਾਸਤੇ ਉਹ ਵੀ ਬਹੁਤ ਚੈਲੰਜਸ ਆ ਰਹੀਆਂ ਨੇ। ਸੋ ਇਹ ਸਾਰੀਆਂ ਜਿਹੜੀਆਂ ਵੀ ਮੁਸ਼ਕਲਾਂ ਨੇ ਮੈਂ ਲੋਕਾਂ ਦੀ ਸਮਝਦੀ ਹਾਂ। ਇਸ ਕਰਕੇ ਜਿਹੜੀ ਵੀ ਮੇਰੀ ਪਾਲਿਸੀਜ਼ ਆ ਰਹੀਆਂ ਨੇ, ਉਹ ਲੋਕਾਂ ਦੀ ਸਮਝ ਹੋਣ ਦੇ ਕਰਕੇ ਮੈਂ ਚਾਹੁੰਦੀ ਹਾਂ ਕਿ ਅਸੀਂ ਉਹਦੇ ਉੱਪਰ ਮੈਂ ਐਕਸ਼ਨ ਲਵਾਂ ਐਜ਼ ਕੈਨੇਡਾਜ਼ ਨੈਕਸਟ ਪ੍ਰਾਈਮ ਮਿਨਿਸਟਰ। ਜੀ ਮੈਮ, ਮੈਂ ਲਾਸਟ 10 ਈਅਰਸ ਦਾ ਜ਼ਿਕਰ ਕਰਾਂ, ਜਦੋਂ ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਕੈਨੇਡਾ ਦੇ ਰਹੇ ਨੇ, ਤਾਂ ਜਿਹੜੀ ਪੰਜਾਬੀਆਂ ਦੀ ਰਿਪਰੈਜ਼ੈਂਟੇਸ਼ਨ ਹੈ ਕੈਬਨਿਟ ਦੇ ਵਿੱਚ ਵੀ ਇੱਕ ਚੰਗੀ ਖਾਸੀ ਰਹੀ ਹੈ। ਅਗਰ ਤੁਸੀਂ ਪ੍ਰਧਾਨ ਮੰਤਰੀ ਬਣਦੇ ਹੋ ਕੈਨੇਡਾ ਦੇ, ਤਾਂ ਉਹ ਰਿਪਰੈਜ਼ੈਂਟੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਡੈਫੀਨਿਟਲੀ ਜੇ PM ਹੀ ਇੱਕ ਪੰਜਾਬੀ ਮੂਲ ਦਾ ਬਣੇਗਾ ਤਾਂ ਉਹ ਡੈਫੀਨਿਟਲੀ ਹੋਏਗੀ, ਪਰ ਰਿਪਰੈਜ਼ੈਂਟੇਸ਼ਨ ਨੂੰ ਕਿਵੇਂ ਤੁਸੀਂ ਦੇਖਦੇ ਹੋ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ? ਮੈਂ ਵੇਖਦੀ ਕਿ ਜਦੋਂ ਮੈਂ ਪਹਿਲੀ ਵਾਰੀ 2004 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਆਪਣੀ ਕਮਿਊਨਿਟੀ ਵਾਸਤੇ, ਉਸ ਟਾਈਮ ਦੇ ਵਿੱਚ ਮੈਂ ਜਦੋਂ ਜਿੱਤੀ ਸੀ ਬਰੈਂਪਟਨ ਸਪਰਿੰਗਡੇਲ ਦੇ ਹਲਕੇ ਤੋਂ, ਅਸੀਂ ਇੱਕ ਵਾਰੀ ਹਿਸਟਰੀ ਕੈਂਪ ਕੀਤੀ ਸੀ। ਉਹ ਜਿਹੜੀ ਹਿਸਟਰੀ ਕੈਂਪ ਹੋਈ ਸੀ ਉਹ ਮੇਰੀ ਨਹੀਂ ਸੀ, ਬਟ ਸਾਡੇ ਸਾਰੇ, ਮੇਰੇ ਖਿਆਲ ਕੌਮ ਸਾਰੇ ਕੈਨੇਡਾ ਵਾਸਤੇ ਹਿਸਟਰੀ ਕੈਂਪ ਕੀਤੀ ਸੀ ਕਿ ਪਹਿਲੀ ਆਪਣੀ ਇੰਡੀਅਨ ਕੁੜੀ ਉਹਨਾਂ ਨੇ ਐਂਟਰੀ ਲਈ ਸੀ ਐਜ਼ ਦ ਫਰਸਟ ਇੰਡੋ ਕੈਨੇਡੀਅਨ ਵੂਮਨ ਐਜ਼ ਅ ਮੈਂਬਰ ਆਫ ਪਾਰਲੀਮੈਂਟ, ਨਾਟ ਓਨਲੀ ਇਨ ਕੈਨੇਡਾ ਬਟ ਜਿੰਨੀ ਵੀ ਸਾਰੀ ਦੁਨੀਆ ਹੈ ਇੰਡੀਆ ਤੋਂ ਬਾਹਰ।
ਤੇ ਹੁਣ ਅਸੀਂ ਵੇਖਦੇ ਹਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਆਪਣੀਆਂ ਕੁੜੀਆਂ ਸੰਸਦ ਦੀ ਮੈਂਬਰ ਬਣ ਚੁੱਕੀਆਂ ਨੇ, ਬਹੁਤ ਜੀ। ਸਾਰੀਆਂ ਕੁੜੀਆਂ ਆਪਣੀਆਂ ਹੁਣ ਤੇ ਕੈਬਨਿਟ ਦੇ ਵਿੱਚ ਵੀ ਆ ਚੁੱਕੀਆਂ ਨੇ। ਹੂੰ। ਪਰ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਮੈਂ ਪਹਿਲੀ ਸੀ, ਸੋ ਮੈਨੂੰ ਪਤਾ ਕਿ ਕਿੰਨੀਆਂ ਮੁਸ਼ਕਲਾਂ ਉਸ ਰਸਤੇ ਦੇ ਵਿੱਚ ਆਈਆਂ ਸੀ। ਬਿਲਕੁਲ। ਐਂਡ ਨਾਓ ਐਸ ਵੀ ਫਾਸਟ ਫਾਰਵਰਡ ਬਹੁਤ ਸਾਰੀ ਐਕਸਾਈਟਮੈਂਟ ਹੈ। ਹੂੰ। ਸਿਰਫ ਆਪਣੇ ਇਹ ਨਹੀਂ ਬੰਦਾ ਕਹਿ ਸਕਦਾ ਕਿ ਸਿਰਫ ਇੰਡੀਅਨ ਹੋਣ ਦੇ ਨਾਤੇ, ਬਟ ਉਹਨਾਂ ਨੂੰ ਇਹ ਵੀ ਪਤਾ ਕਿ ਇੱਕ ਉਹਨਾਂ ਨੂੰ ਬਹੁਤ ਕ੍ਰੈਡੀਬਲ ਕੈਂਡੀਡੇਟ ਮਿਲਿਆ ਹੈ, ਜਿਹੜਾ ਅੱਛੇ ਬੋਲ ਸਕਦਾ ਹੈ, ਜਿਹੜੀ ਕੋਈ ਉਹਨਾਂ ਦੀ ਆਵਾਜ਼ ਉਠਾ ਸਕਦਾ ਹੈ, ਉਹਨਾਂ ਦੇ ਜੀ। ਦੁੱਖਾਂ ਨੂੰ ਸਮਝਦਾ ਹੈ, ਉਹਨਾਂ ਦੀ ਮੁਸ਼ਕਲਾਂ ਨੂੰ ਸਮਝਦਾ ਹੈ। ਐਂਡ ਜਦੋਂ ਮੈਂ ਕੈਬਨਿਟ ਬਣਾਵਾਂਗੀ ਐਜ਼ ਦ ਪ੍ਰਾਈਮ ਮਿਨਿਸਟਰ, ਆਈ ਵਿਲ ਇਨਸ਼ੋਰ ਕਿ ਅਸੀਂ ਸਾਰੇ ਕੈਨੇਡਾ ਦੇ ਉੱਪਰ ਅਸੀਂ ਰੈਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ, ਕਿ ਬਹੁਤ ਕੈਨੇਡਾ ਇੱਕ ਸਭ ਤੋਂ ਸੈਕੰਡ ਲਾਰਜੈਸਟ ਲੈਂਡ ਮੈਸ ਹੈਗਾ ਸਾਰੇ ਦੁਨੀਆ ਦੇ ਵਿੱਚ, ਸੋ ਇਟਸ ਅ ਵੈਰੀ ਬਿਗ ਕੰਟਰੀ ਇਨ ਟਰਮਸ ਆਫ ਲੈਂਡ ਮੈਸ। ਸੋ ਉਹਦੀ ਜਿਹੜੀ ਰੈਪਰੈਜ਼ੈਂਟੇਸ਼ਨ ਹੋਣੀ ਸਾਰੀ ਕੈਨੇਡਾ ਦੀ ਸਾਰੀਆਂ ਕਮਿਊਨਿਟੀਆਂ ਦੀ, ਆਪਣੇ ਜਿਹੜੇ ਇੰਡੀਜੀਨਸ ਲੋਕ ਨੇ ਉਹਨਾਂ ਦੀ, ਇਟਸ ਵੈਰੀ ਇੰਪੋਰਟੈਂਟ ਟੂ ਮੀ। ਸੋ ਆਈ ਵੁੱਡ ਇਨਸ਼ੋਰ that I have a cabinet that is reflective of our entire country. ਜੀ ਬਿਲਕੁਲ। ਦੇਖੋ ਮੈਮ, ਇੱਕ ਤਾਂ ਬਹੁਤ ਕਲੀਅਰ ਗੱਲ ਹੈ ਕਿ ਤੁਸੀਂ ਇੱਕ ਸ਼ੋਅ ਤਾਂ ਕੀਤਾ ਹੈ ਪਾਥ ਪੂਰਾ, ਜਿਹੜੇ ਐਮਪੀਜ਼ ਉੱਥੇ ਬਣੇ ਨੇ, ਕਿਉਂਕਿ ਤੁਸੀਂ ਫਰਸਟ ਸਿੱਖ ਵਿਮਨ ਐਮਪੀ ਬਣਨ ਦਾ ਪੂਰਾ ਮਾਣ ਹਾਸਲ ਕੀਤਾ। ਮੈਂ ਥੋੜਾ ਜਿਹਾ ਫੋਕਸ ਕਰਾਂ ਕਿਉਂਕਿ ਜਿਹੜੀਆਂ ਤੁਹਾਡੀਆਂ ਸਟੇਟਮੈਂਟਸ ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਆਈਆਂ ਨੇ, ਉਹ ਬਹੁਤ ਚਰਚਾ 'ਚ ਇਸ ਸਮੇਂ ਦੁਨੀਆ ਦੇ ਵਿੱਚ ਹੈਗੀਆਂ ਨੇ, ਔਰ ਜਦੋਂ ਪੰਜਾਬੀਆਂ ਦਾ ਜ਼ਿਕਰ ਹੁੰਦਾ ਕੈਨੇਡਾ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਜ਼ਰੂਰ ਉਸ ਦੇ ਉੱਤੇ ਕੁਐਸਚਨ ਕਰਦੇ ਨੇ। ਥੋੜਾ ਜਿਹਾ ਕਲੀਅਰ ਕਰ ਦਿਓ ਕਿ ਇਹ ਏਜੰਡਾ ਕੀ ਹੋਏਗਾ, ਜਾਂ ਤੁਸੀਂ ਕੀ ਪੂਰਾ ਰੋਡ ਮੈਪ ਬਣਾ ਰਹੇ ਹੋ ਖਾਸ ਤੌਰ ਤੇ ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ। Thank you so much, for a very important question. And ਮੈਂ ਪਹਿਲਾਂ ਕਹਿਣਾ ਚਾਹਾਂਗੀ ਕਿ ਮੈਂ ਤੇ ਆਪ, ਇੱਕ ਬੇਟੀ ਆ, ਭਾਵੇਂ ਮੇਰਾ ਜੰਮ ਪਲ ਇੱਥੇ ਕੈਨੇਡਾ ਦੇ ਵਿੱਚ ਹੈ, ਜੀ। ਮੇਰੇ ਤੇ ਮੰਮੀ ਇੱਥੇ ਆਪ ਕੈਨੇਡਾ ਦੇ ਵਿੱਚ ਜਦੋਂ ਆਏ ਸੀ 1972 ਦੇ ਵਿੱਚ, ਉਹ ਆਪ ਹੀ ਇਮੀਗ੍ਰੈਂਟ ਸੀ। ਐਂਡ ਮੇਰਾ ਖਿਆਲ ਤੇ ਨਹੀਂ ਕਿ ਮੰਮੀ ਨੇ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਸੋਚਿਆ ਹੋਏਗਾ ਕਿ ਜਿਹੜੀ ਉਹਨਾਂ ਦੀ ਬੇਟੀ ਇੱਥੇ ਬੌਰਨ ਹੋਈ ਹੈ ਕਿ ਉਹ ਇੱਕ ਦਿਨ ਕੈਨੇਡਾ ਦੀ ਪ੍ਰਧਾਨ ਮੰਤਰੀ ਵਾਸਤੇ ਰੇਸ ਵਾਸਤੇ ਉਹ ਐਂਟਰ ਹੋਏਗੀ ਤੇ ਉਹ ਰੇਸ ਦੇ ਵਿੱਚ ਸ਼ਾਮਲ ਹੋਏਗੀ। ਸੋ ਆਈ ਥਿੰਕ ਅਸੀਂ ਜਦੋਂ ਇਹ ਸਾਰੀ ਗੱਲ ਵੇਖਦੇ ਹਾਂ, ਅਸੀਂ ਇਹ ਮਿਲਣ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਕੋਈ ਵੀ ਇੱਛਾ ਹੋਵੇ, ਕੋਈ ਡ੍ਰੀਮ ਹੋਵੇ, ਤੁਸੀਂ ਹਾਰਡ ਵਰਕ ਨਾਲ, ਤੁਸੀਂ ਮਿਹਨਤ ਨਾਲ ਇੱਥੇ ਕੈਨੇਡਾ ਦੇ ਵਿੱਚ ਤੁਸੀਂ ਉਹ ਜਿਹੜੀ ਡ੍ਰੀਮ ਹੈ, ਜਿਹੜੀ ਇੱਛਾ, ਉਹਨੂੰ ਪੂਰੀ ਕਰ ਸਕਦੇ ਹੋ। ਅਸੀਂ ਇਹ ਵੀ ਵੇਖਦੇ ਹਾਂ ਕਿ ਕੈਨੇਡਾ ਜਿਹੜਾ ਆਪਣਾ ਸਾਰਾ ਕੰਟਰੀ ਹੈ, ਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਵੇਖਦੇ ਹਾਂ ਕਿ ਸਾਰੀ ਦੁਨੀਆ ਸਾਨੂੰ ਸਾਰੀ ਵੇਖਦੀ ਹੈ ਕੈਨੇਡਾ ਦੇ ਵਿੱਚ, ਜਿਹੜਾ ਸਾਡਾ ਕੈਨੇਡਾ ਦੇ ਦੇਸ਼ ਦਾ ਸਕਸੈਸ ਹੈ, ਉਹ ਇਸ ਦੇ ਵਜ੍ਹਾ ਸੇ ਕਿ ਇਮੀਗ੍ਰੈਂਟ ਲੋਕਾਂ ਨੇ ਬਹੁਤ ਉਹਨੂੰ ਬਣਾਉਣ ਦੇ ਵਿੱਚ, ਉਹਨੂੰ ਸਟਰੋਂਗ ਕਰਨ ਦੇ ਵਿੱਚ ਮਦਦ ਕੀਤੀ ਹੈ, ਹੈਲਪ ਕੀਤੀ ਹੈ। ਜਿੰਨੇ ਵੀ ਤੁਸੀਂ ਕੋਈ ਬਿਜ਼ਨਸ ਵੇਖ ਲਓ, ਤੁਸੀਂ ਕੋਈ ਵੀ ਸਕਸੈਸ ਸਟੋਰੀਆਂ ਵੇਖ ਲਓ, ਆਪਣੇ ਇਮੀਗ੍ਰੈਂਟ ਕਮਿਊਨਿਟੀਆਂ ਨੇ ਉਹਨਾਂ ਦੀ ਉਹ ਜਿਹੜੀਆਂ ਸਕਸੈਸਿਸ ਨੇ, ਕਿਉਂਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ, ਉਹ ਬਣਾਈ ਹੈ। ਇਹ ਜਿਹੜੀ ਮੈਂ ਸਟੇਟਮੈਂਟ ਦਿੱਤੀ ਹੈ, ਇਹ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਹੈ। ਮੈਂ ਪ੍ਰੋ ਇਮੀਗ੍ਰੇਸ਼ਨ ਆ। ਮੇਰੇ ਬਲੀਫ ਦੇ ਵਿੱਚ ਕਿ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ, ਉਹਨਾਂ ਨੂੰ ਪਲਾਨ ਹੋਣਾ ਚਾਹੀਦਾ ਹੈ ਪ੍ਰੋਪਰ। ਬਟ ਮੈਂ ਇਹ ਸਟੇਟਮੈਂਟ ਦਿੱਤੀ ਹੈ ਕਿ ਜਿਹੜੇ ਕੋਈ ਇਲੀਗਲ ਤੌਰ ਤੇ ਇੱਥੇ ਕੈਨੇਡਾ ਦੇ ਵਿੱਚ ਆਇਆ ਹੈ, ਉਹਨਾਂ ਦੀ ਡਿਪੋਰਟੇਸ਼ਨ ਹੋਣੀ ਚਾਹੀਦੀ ਹੈ। ਜਿਹੜਾ ਕੋਈ ਇੱਥੇ ਕੈਨੇਡਾ ਦੇ ਵਿੱਚ ਇਲੀਗਲ ਰਹਿ ਰਿਹਾ ਹੈ, ਉਹਨਾਂ ਦੀ ਡਿਪੋਰਟੇਸ਼ਨ ਹੋਣੀ ਚਾਹੀਦੀ ਹੈ। ਤੇ ਜਿੱਦਾਂ ਅਸੀਂ ਕਹਿੰਦੇ ਆ ਕਿ ਹਿਊਮਨ ਟ੍ਰੈਫਿਕਰ ਜਿਹੜੇ ਲੋਕ ਹੁੰਦੇ ਨੇ, ਕਿ ਲੋਕਾਂ ਨੂੰ ਹਿਊਮਨ ਟ੍ਰੈਫਿਕਰ ਲੋਕੀ ਲਾਈਕ ਪੈਸੇ ਲੈ ਕੇ ਤੇ ਉਹ ਗਲਤ ਪ੍ਰਵਾਹ ਕਰਦੇ ਨੇ ਇਮੀਗ੍ਰੈਂਟ ਲੋਕਾਂ ਨਾਲ, ਉਹਨਾਂ ਉੱਪਰ ਵੀ ਸਾਨੂੰ ਕਲੈਂਪ ਡਾਊਨ ਹੋਣਾ ਚਾਹੀਦਾ ਹੈ। ਬਿਕਾਜ਼ ਇਟਸ ਵੈਰੀ ਇੰਪੋਰਟੈਂਟ। ਜੇ ਕਿਸੇ ਨੇ ਕੈਨੇਡਾ ਦੇ ਵਿੱਚ ਆਣਾ ਹੈ, ਕੋਈ ਫੈਮਿਲੀ ਰੀਯੂਨੀਫਿਕੇਸ਼ਨ ਦੇ ਉੱਪਰ ਆ ਸਕਦਾ ਹੈ, ਕੋਈ ਇਕਨੋਮਿਕ ਇਨਵੈਸਟਮੈਂਟ ਪ੍ਰੋਗਰਾਮ ਤੇ ਆ ਸਕਦਾ ਹੈ, ਕੋਈ ਸਟੂਡੈਂਟ ਬੇਸ ਤੇ ਆ ਸਕਦਾ ਹੈ, ਕੋਈ ਵਰਕ ਪਰਮਿਟ ਤੇ ਆ ਸਕਦਾ ਹੈ। ਕੋਈ ਲੋੜ ਹੀ ਨਹੀਂ ਕਿ ਕੈਨੇਡਾ ਬੰਦਾ ਇਲੀਗਲ ਆਵੇ। ਜੇ ਕੋਈ ਆਣਾ ਚਾਹੁੰਦਾ ਹੈ, ਲੀਗਲ ਮੀਨ ਦੇ ਉੱਪਰ ਹੋਣਾ ਚਾਹੀਦਾ ਹੈ, ਨਾਟ ਕਿ ਕੋਈ ਗਲਤ ਰਸਤੇ ਨਾਲ ਆਵੇ ਤੇ ਇੱਥੇ ਇਲੀਗਲ ਮੀਨਸ ਦੇ ਉੱਪਰ ਠਹਿਰੇ। ਆਈ ਹੈਵ ਸੈਡ that we would deport them। ਪਰ ਜਿਹੜੇ ਬਾਕੀ ਆਪਣੇ ਇਮੀਗ੍ਰੈਂਟ ਸਹੀ ਰਸਤਿਆਂ ਦੇ ਉੱਪਰ ਆ ਰਹੇ ਨੇ, ਉਹਨਾਂ ਵਾਸਤੇ ਆਈ ਥਿੰਕ ਕਿ ਉਹ ਹੀ ਕੈਨੇਡਾ ਦੀ ਫਿਊਚਰ ਦੇ ਵਿੱਚ ਸਕਸੈਸ, ਸਾਡੇ ਦੇਸ਼ ਨੂੰ ਸਕਸੈਸ ਕਰਨਗੇ। ਐਂਡ ਦੇ ਆਰ ਪਲੇ ਅ ਵੈਰੀ ਇੰਪੋਰਟੈਂਟ ਰੋਲ ਫॉर ਆਵਰ ਕੰਟਰੀ। ਐਕਚੁਅਲੀ ਸਭ ਤੋਂ ਜ਼ਿਆਦਾ ਟੈਨਸ਼ਨ ਉਹਨਾਂ ਜਿਹੜੇ ਪਹੁੰਚਦੇ ਆ ਕੈਨੇਡਾ ਪੰਜਾਬੀ, ਉਹਨਾਂ ਦੇ ਵਿੱਚ ਜ਼ਿਆਦਾ ਹੈ ਜੋ ਸਟੂਡੈਂਟ ਵੀਜ਼ਾ ਦੇ ਉੱਤੇ ਬਹੁਤ ਯੰਗਸਟਰਸ ਪਹੁੰਚ ਰਹੇ ਨੇ, ਕੋਈ 18 ਸਾਲ ਦਾ, ਕੋਈ 20 ਸਾਲ ਦਾ, ਇਸ ਏਜ ਦੇ ਟੀਨੇਜਰਸ ਪਹੁੰਚ ਰਹੇ ਨੇ, ਉਹ ਜ਼ਿਆਦਾ ਟੈਨਸ਼ਨ ਦੇ ਵਿੱਚ ਨੇ ਇਸ ਪੂਰੀ ਸਟੇਟਮੈਂਟ ਜਾਂ ਜੋ ਅਮਰੀਕਾ ਦੇ ਰਿਜ਼ਲਟ ਹੋਏ ਉਹਨਾਂ ਨੂੰ ਲੈ ਕੇ। ਤਾਂ ਸਟੂਡੈਂਟਸ ਨੂੰ ਲੈ ਕੇ ਵੀ ਕਲੀਅਰ ਹੈ ਕਿ ਜੇ ਸਟੂਡੈਂਟਸ ਆ ਰਹੇ ਨੇ ਤਾਂ ਕੋਈ ਪ੍ਰੋਬਲਮ ਨਹੀਂ, ਉਹ ਚਾਹੇ ਇੰਡੀਆ ਤੋਂ ਹੋਣ ਜਾਂ ਆਲ ਓਵਰ ਦਾ ਵਰਲਡ ਜਿੱਥੋਂ ਵੀ ਆ ਰਹੇ ਨੇ।
ਉਹਨਾਂ ਨੂੰ ਤੇ ਇਹ ਜਿਹੜੀ ਪਾਲਿਸੀ ਹੈ ਕੋਈ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਬਿਕਾਜ਼ ਉਹ ਇੱਥੇ ਲੀਗਲ ਤੌਰ ਤੇ ਆਏ ਨੇ, ਨਾਟ ਕਿ ਉਹ ਗਲਤ ਰਸਤਾ ਇੱਥੇ ਲੈ ਕੇ ਆਏ ਨੇ ਜਾਂ ਇਲੀਗਲ ਦੇ ਮੀਨ ਦੇ ਇੱਥੇ ਰਹਿ ਰਹੇ ਨੇ। ਜਿਹੜੇ ਜੀ ਲੋਕੀ ਸਹੀ ਸਲਾਮਤ ਲੀਗਲੀ ਆਏ ਨੇ ਉਹਨਾਂ ਹੂੰ ਵਾਸਤੇ ਤੇ ਇਹ ਸਟੇਟਮੈਂਟ ਅਪਲਾਈ ਨਹੀਂ ਕਰਦੀ। ਜੀ ਸੋ ਜਦੋਂ ਅਸੀਂ ਕਹਿੰਦੇ ਆ ਕਿ ਇਹ ਚਰਚਾ ਹੋ ਰਹੀ ਹੈ ਇਹਦੇ ਬਾਰੇ, ਉਹ ਸਿਰਫ ਜਿਹੜੇ ਲੋਕੀ ਗਲਤ ਰਸਤਿਆਂ ਦੇ ਵਿੱਚ ਉੱਪਰ ਆਏ ਨੇ। ਜੇ ਜੀ ਕੋਈ ਗਲਤ ਕੰਮ ਕਰਦਾ ਹੈ ਰਾਈਟ, ਉਹ ਕੰਟਰੀ ਦੇ ਵਿੱਚ ਕੋਈ ਗਲਤ ਕੰਮ ਜੇ ਕੋਈ ਕਰਦਾ ਤੇ ਗਲਤ ਰਸਤੇ ਦਾ ਤਰੀਕੇ ਆਂਦਾ ਹੈ, ਹੂੰ ਉਹਨਾਂ ਨੂੰ ਤੇ ਡਿਪੋਰਟ ਹੀ ਕਰਨਾ ਪਵੇਗਾ ਦੇ ਪਰ ਕਿਉਂਕਿ ਇੱਥੇ ਕੈਨੇਡਾ ਦੇ ਵਿੱਚ ਆਉਣ ਵਾਸਤੇ ਬਹੁਤ ਸਾਰੇ ਸਹੀ ਤਰੀਕੇ ਹੈਗੇ ਨੇ। ਤੇ ਜੀ ਜਿਹੜੇ ਸਟੂਡੈਂਟ ਆਉਂਦੇ ਨੇ ਉਹ ਤੇ ਆਪਣਾ ਸਾਰਾ ਪੇਪਰ ਵਰਕ ਕਰਕੇ ਆਪਣੀਆਂ ਸਾਰੀਆਂ ਐਪਲੀਕੇਸ਼ਨ ਭਰ ਕੇ ਉਹ ਲੀਗਲ ਮੀਨਸ ਤੇ ਆ ਰਹੇ ਨੇ। ਜੀ ਸੋ ਦਿਸ ਵੁੱਡ ਸਰਟਨਲੀ ਨਾਟ ਅਪਲਾਈ ਟੂ them। ਹੂੰ ਮੈਂ ਇੱਕ ਹੋਰ ਚੀਜ਼ ਜੋ ਸਭ ਦੇ ਜ਼ਿਹਨ ਦੇ ਵਿੱਚ ਹੋਏਗੀ, ਕਿਉਂਕਿ ਜਿਹੜੇ ਮਾਈਗ੍ਰੈਂਟਸ ਜਾਂਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ, ਉਹਨਾਂ ਦੀ ਫੈਮਿਲੀਜ਼ ਅੱਗੇ ਉਹਨਾਂ ਦੇ ਜਿਹੜੀਆਂ ਜਨਰੇਸ਼ਨਸ ਹੁੰਦੀਆਂ ਨੇ ਉਹਨਾਂ ਦੀ ਐਕਸੈਪਟੈਂਸ ਨੂੰ ਲੈ ਕੇ ਵੀ ਬਹੁਤ ਕੁਐਸਚਨ ਮਾਰਕ ਰਹਿੰਦੇ ਨੇ। ਕਿ ਤੁਸੀਂ ਵੀ ਕਦੇ ਫੇਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਜਿਹੜੇ ਕੈਨੇਡੀਅਨਸ ਨੇ ਉੱਥੇ ਦੇ ਲੋਕ ਹੈਗੇ ਨੇ ਕਿ ਉਹ ਉਸ ਤਰੀਕੇ ਨਾਲ ਤੁਹਾਡੇ ਨਾਲ ਆ ਕੇ ਖੜ ਰਹੇ ਆ ਜਾਂ ਤੁਸੀਂ ਉਹਨਾਂ ਨਾਲ ਖੜ ਰਹੇ ਹੋ, ਇਹ ਵਾਲਾ ਚੈਲੰਜ ਤਾਂ ਤੁਹਾਨੂੰ ਨਹੀਂ ਫੇਸ ਕਰਨਾ ਪੈ ਰਿਹਾ? ਮੇਰਾ ਤਾਂ ਜੰਪਲ ਇੱਥੋਂ ਕੈਨੇਡਾ ਦੇ ਵਿੱਚ ਹੈ ਤੇ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਕਿ ਮੈਂ 3 ਵਾਰੀ ਤੇ ਸੰਸਦ ਦੀ ਮੈਂਬਰ ਵੀ ਬਣ ਚੁੱਕੀ ਹਾਂ। ਸੋ ਮੈਂ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਨੇ। ਜੀ ਬਟ ਸਾਡੀ ਹਿਸਟਰੀ ਦੇ ਵਿੱਚ 2025 ਹੋ ਗਿਆ ਹੈ ਤੇ ਹੂੰ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਸਿਰਫ ਆਪਣੇ ਇੰਡੋ ਕੈਨੇਡੀਅਨ ਕਮਿਊਨਿਟੀ ਤੋਂ ਨਹੀਂ ਪਰ ਬਾਕੀ ਕਲਚਰਲ ਕਮਿਊਨਿਟੀ ਕਹਿ ਲਓ, ਤੁਸੀਂ ਸਾਰੀ ਮਲਟੀ ਕਲਚਰ ਕਮਿਊਨਿਟੀ ਪਾ ਲਓ, ਪਹਿਲੀ ਵਾਰੀ ਹੈ ਹਿਸਟਰੀ ਦੇ ਵਿੱਚ ਲਿਬਰਲ ਪਾਰਟੀ ਵਾਸਤੇ ਕਿ ਕੋਈ ਕਲਚਰ ਕਮਿਊਨਿਟੀ ਤੋਂ ਕੋਈ ਇਮੀਗ੍ਰੈਂਟ ਕੋਈ ਕਿਸੇ ਦੀ ਆਵਾਜ਼ ਆਈ ਹੈ। ਜੀ ਪਹਿਲੀ ਵਾਰੀ ਹੈ ਹਿਸਟਰੀ ਦੇ ਵਿੱਚ ਕਿ ਲਿਬਰਲ ਹੂੰ ਪਾਰਟੀ ਤੋਂ ਐਂਟਰੀ ਕਰਕੇ ਤੇ ਕੋਈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਹੈ। ਜੀ ਸੋ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ। ਹੂੰ ਮੈਂ ਸਾਰੀਆਂ ਡਾਕੂਮੈਂਟ ਕਰ ਰਹੀ ਹਾਂ। ਸੋ ਜਦੋਂ ਕੈਂਪੇਨ ਖਤਮ ਹੋਏਗੀ ਆਈ ਵਿਲ ਡੈਫੀਨਿਟਲੀ ਸ਼ੇਅਰ them with you। ਪਰ ਪਹਿਲਾਂ ਤੁਸੀਂ ਜਦੋਂ ਰਸਤਾ ਬਣਾਉਂਦੇ ਹੋ ਕਦੀ ਜੀ ਈਜ਼ੀ ਨਹੀਂ ਹੁੰਦਾ। ਬਹੁਤ ਸਾਰੀਆਂ ਮੁਸ਼ਕਲਾਂ ਚੈਲੰਜਸ ਆਉਂਦੀਆਂ ਨੇ। ਸੋ ਬਹੁਤ ਹਿੰਮਤ ਰੱਖਣੀ ਪੈਂਦੀ ਹੈ। ਐਂਡ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ ਕਿ ਜੀ ਉਹਨਾਂ ਨੇ ਸਾਰੇ ਜਾਣੇ ਆਪਣੀ ਅਰਦਾਸ ਕਰਦੇ ਨੇ, ਪਾਠ ਕਰਕੇ ਪੂਜਾ ਕਰਕੇ ਕਿ ਲੋਕੀ ਬਹੁਤ ਆਪਣੀ ਬਲੇਸਿੰਗਸ ਦਿੰਦੇ ਪਏ ਨੇ ਕਿ ਅਸੀਂ ਇਹ ਜਿਹੜੀ ਜਿੱਤ ਹੈ ਪ੍ਰਾਪਤ ਕਰੀ ਹੈ। ਜੀ ਇਟਸ ਵੈਰੀ ਇੰਪੋਰਟੈਂਟ ਫॉर द ਨੈਕਸਟ ਜਨਰੇਸ਼ਨ ਟੂ ਬੀ ਏਬਲ ਟੂ ਬਲੀਵ ਇਨ ਐਨੀ ਡ੍ਰੀਮ ਦੇ ਹੈਵ ਐਂਡ ਨੋ ਦੈਟ ਇਨ ਕੈਨੇਡਾ anything is possible। ਮੈਂ ਥੋੜੇ ਜਿਹੇ ਪੰਜਾਬ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਨੇੜਤਾ ਰਹੀ ਹੈ ਜਾਂ ਤੁਸੀਂ ਪੰਜਾਬ ਦੇ ਵਿੱਚ ਪਹੁੰਚੇ ਹੋ। ਪ੍ਰਕਾਸ਼ ਸਿੰਘ ਬਾਦਲ ਇੱਕ ਨਾਮ ਹੈ ਇੱਥੇ ਪੰਜਾਬ ਦੇ ਹਾਂਜੀ ਵਿੱਚ, ਉਹਨਾਂ ਨੂੰ ਪੋਲਿਟਿਕਸ ਦੀ ਯੂਨੀਵਰਸਿਟੀ ਕਿਹਾ ਜਾਂਦਾ ਹੈ। ਤੁਹਾਡੀ ਉਹਨਾਂ ਹਾਂਜੀ ਦੇ ਨਾਲ ਜਦੋਂ ਉਹ ਵਿਚਰਦੇ ਸੀ ਸਿਆਸਤ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਤੁਹਾਨੂੰ ਕੋਈ ਚੇਤਾ ਹੋਵੇ ਕਿ ਤੁਸੀਂ ਪੰਜਾਬ ਆਏ ਹੋਵੋ? ਕਿਉਂਕਿ ਮੈਂ ਪੜ੍ਹ ਰਿਹਾ ਸੀ ਤੁਹਾਡੇ ਬਾਰੇ ਕਿ ਤੁਸੀਂ ਕੁਝ ਜਿਹੜੀ ਉਹਨਾਂ ਦੀ ਕੈਂਪੇਨਸ ਨੇ ਉਹਨਾਂ ਦੇ ਵਿੱਚ ਵੀ ਹਿੱਸਾ ਲਿਆ ਸੀ। ਹਾਂਜੀ ਆਈ ਥਿੰਕ ਕਿ ਜਦੋਂ ਵੀ ਤੁਸੀਂ ਕੋਈ ਵੀ ਪੋਲੀਟੀਸ਼ੀਅਨ ਮਿਲਦੇ ਹੋ, ਤੁਹਾਨੂੰ ਕੋਈ ਵੀ ਮਿਲਦਾ, ਇਹ ਮੇਰਾ ਪ੍ਰੋਫੈਸ਼ਨ ਹੈ। ਜਿੱਦਾਂ ਮੈਂ ਹੂੰ ਛੋਟੀ ਉਮਰ ਤੋਂ ਸੰਸਦ ਦੇ ਵਿੱਚ ਹੀ ਕੰਮ ਕੀਤਾ, ਮੈਂ ਆਪਣੀ ਪਾਰਟੀ ਵਾਸਤੇ ਹੀ ਕੰਮ ਕੀਤਾ ਹੈ। ਐਂਡ ਤੁਸੀਂ ਜਿੱਥੇ ਵੀ ਦੁਨੀਆ ਦੇ ਵਿੱਚ ਕਿਸੇ ਨੂੰ ਵੀ ਪੋਲੀਟੀਸ਼ੀਅਨ ਨੂੰ ਮਿਲਦੇ ਹੋ, ਤੁਹਾਨੂੰ ਹਰ ਕੁਝ ਸਿੱਖਣ ਦੇ ਵਿੱਚ ਆਉਂਦਾ ਹੈ। ਜੀ ਐਂਡ ਜਿੱਦਾਂ ਤੁਸੀਂ ਲਿਆ ਹੈਗਾ ਕਿ ਨਾਮ ਪ੍ਰਕਾਸ਼ ਸਿੰਘ ਬਾਦਲ ਜੀ ਹਰਾਂ ਦਾ, ਉਹਨਾਂ ਨੇ ਤੇ ਉਹਨਾਂ ਨਾਲ ਟਾਈਮ ਸਪੈਂਡ ਕਰਕੇ ਇਹ ਸਿੱਖਣ ਚੋਂ ਮਿਲਿਆ ਕਿ ਲੋਕਾਂ ਦੀ ਆਵਾਜ਼ ਉਠਾਣੀ, ਲੋਕਾਂ ਨਾਲ ਜੁੜਨਾ, ਲੋਕਾਂ ਦੀਆਂ ਦੁੱਖਾਂ ਨੂੰ ਮੁਸ਼ਕਲਾਂ ਨੂੰ ਸਮਝਣਾ ਇੱਕ ਬਹੁਤ ਇੰਪੋਰਟੈਂਟ ਹੈ। ਜੀ ਐਂਡ ਇਸ ਕੇ ਲਈ ਜਦੋਂ ਮੈਂ ਹੁਣ ਕੈਨੇਡਾ ਦੇ ਵਿੱਚ ਸ਼ੁਰੂ ਤੋਂ ਹੀ, ਤੁਸੀਂ ਭਾਵੇਂ ਮੈਂ ਨਹੀਂ ਵੀ ਇਲੈਕਟਡ, ਤੁਸੀਂ ਮੇਰੇ ਹਲਕੇ ਦੇ ਵਿੱਚ ਚਲ ਜਾਓ, ਕਿਸੇ ਨਾਲ ਜੀ ਵੀ ਗੱਲਬਾਤ ਕਰ ਜਾਓ, ਹੂੰ ਉਹਨਾਂ ਨੂੰ ਪਤਾ ਕਿ ਸਾਨੂੰ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਅਸੀਂ ਉਦੋਂ ਵੀ ਤੇ ਹੁਣ ਵੀ ਅਸੀਂ ਰੂਬੀ ਹਰਾਂ ਨੂੰ ਫੋਨ ਕਰ ਸਕਦੇ ਹਾਂ। ਜੀ ਸੋ ਜਦੋਂ ਲੋਕੀ ਤੁਹਾਡੇ ਦਿਲ ਦੇ ਵਿੱਚ ਇੰਨਾ ਮਾਣ ਰੱਖਦੇ ਨੇ, ਉਹਨਾਂ ਨੂੰ ਪਤਾ ਹੈ ਕਿ ਭਾਵੇਂ ਦਿਨ ਹੋਵੇ ਜਾਂ ਰਾਤ ਹੋਵੇ ਮੈਂ ਉਹਨਾਂ ਦੇ ਨਾਲ ਖਲੋਤੀ ਹਾਂ। ਸੋ ਜੀ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਕੋਈ ਵੀ ਪੋਲਿਟਿਕਸ ਦੇ ਵਿੱਚ, ਰਾਜਨੀਤੀ ਦੇ ਵਿੱਚ ਆਉਂਦਾ ਕਿ ਤੁਸੀਂ ਆਪਣੇ ਲੋਕਾਂ ਨਾਲ ਖਾਸ ਕਰਕੇ ਇਨ ਟੱਚ ਰਹੋ। ਉਹਨਾਂ ਦੀ ਜਦੋਂ ਵੀ ਕੋਈ ਮੁਸ਼ਕਲ ਦਾ ਟਾਈਮ ਆਉਂਦਾ, ਦੁੱਖ ਦਾ ਟਾਈਮ ਆਉਂਦਾ, ਕਿ ਤੁਸੀਂ ਉਹਨਾਂ ਦੇ ਨਾਲ ਖਲੋਵੋ। ਹੂੰ ਮੈਮ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ। ਥੈਂਕ ਯੂ। ਪੰਜਾਬੀ ਸਿੱਖੀ ਹੈ। ਮੈਂ ਐਕਚੁਅਲੀ ਉਹੀ ਜਾਣਨਾ ਚਾਹ ਰਿਹਾ ਸੀ, ਤੁਸੀਂ ਬੌਰਨ ਐਂਡ ਬ੍ਰੌਟ ਅਪ ਪੂਰਾ ਕੈਨੇਡਾ ਦੇ ਵਿੱਚੋਂ, ਪੰਜਾਬੀ ਮੈਂ ਫੀਲ ਕਰ ਰਿਹਾ ਕਿ ਜਿਵੇਂ ਪੰਜਾਬ ਦੇ ਵਿੱਚ ਅਸੀਂ ਇੱਥੇ ਇੰਡੀਆ ਦੇ ਵਿੱਚ ਬੋਲਦੇ ਹਾਂ ਜਾਂ ਗੱਲ ਕਰ ਰਹੇ ਹਾਂ, ਮੈਂ ਜਿਹੜੇ ਬਹੁਤ ਟੈਕਨੀਕਲ ਜਾਂ ਗੂੜ ਸ਼ਬਦ ਹੁੰਦੇ ਨੇ ਪੰਜਾਬੀ ਦੇ, ਮੈਂ ਉਹ ਇਸਤੇਮਾਲ ਕੀਤੇ। ਤੁਸੀਂ ਬੜੇ ਈਜ਼ਲੀ ਉਸ ਦੇ ਉੱਤੇ ਰਿਐਕਟ ਕੀਤਾ। ਥੋੜ੍ਹਾ ਜਿਹਾ ਰਾਜ਼ ਦੱਸ ਦਿਓ ਕਿ ਪੰਜਾਬੀ ਸਿੱਖੀ ਹੈ ਜਾਂ ਪਰਿਵਾਰ ਦੇ ਵਿੱਚ ਬੋਲਦੇ ਨੇ ਜਾਂ ਬੋਲਦੇ ਕਿਵੇਂ ਪੂਰਾ ਇਹ? ਮੈਂ ਤੁਹਾਨੂੰ ਇਹਦੇ ਉੱਪਰ ਫਨੀ ਸਟੋਰੀ ਸੁਣਾ ਦਿੰਦੀ ਹਾਂ ਤੇ ਪੰਜਾਬ ਨਾਲ ਦਾ ਰਿਲੇਟਡ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਮੈਨੂੰ ਨੋਮੀਨੇਸ਼ਨ ਮਿਲੀ ਸੀ ਰਨ ਕਰਨ ਵਾਸਤੇ 2004 ਦੇ ਵਿੱਚ, ਅਸੀਂ ਨਾ ਉਦੋਂ ਗੁਰੂ ਘਰ ਗਏ ਤੇ ਸਾਰਾ ਅਰਦਾਸ ਕੀਤੀ ਕਿ ਬਾਬਾ ਜੀ ਸਾਰੀ ਜਿਹੜੀ ਕੈਂਪੇਨ ਹੈ ਬਹੁਤ ਵਧੀਆ ਹੋਵੇ ਸਾਰਾ ਕੁਝ।
ਤੇ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਸਪੀਚ ਵਾਸਤੇ, ਮੈਂ ਉੱਥੇ ਉੱਪਰ ਗਈ, ਮੈਂ ਸਪੀਚ ਦਿੱਤੀ, ਤੇ ਜਦੋਂ ਮੈਂ ਵਾਪਸ ਆ ਕੇ ਮੱਥਾ ਟੇਕਿਆ ਤੇ ਮੰਮੀ ਨਾਲ ਜਾ ਕੇ ਬੈਠੀ, ਮੰਮੀ ਕਹਿੰਦੇ ਤੈਨੂੰ ਤੇ ਜਿਹੜੀ ਪੰਜਾਬੀ ਹੈ ਨਾ ਪ੍ਰੈਕਟਿਸ ਕਰਨੀ ਪੈਣੀ ਹੈ, ਤੂੰ ਨਾ ਇੰਗਲਿਸ਼ ਹੀ ਬੋਲਿਆ ਕਰ। ਸੋ ਮੰਮੀ ਥੋੜਾ ਜਿਹਾ ਡਰ ਗਏ ਕਿ ਪੰਜਾਬੀ ਅਸੀਂ ਘਰ ਦੇ ਵਿੱਚ ਬਹੁਤਾ ਬੋਲਦੇ ਨਹੀਂ ਸੀ ਤੇ ਮੇਰੀ ਯਾਨੀ ਫਲੂਐਂਟ ਨਹੀਂ ਸੀ। ਜੀ ਫਿਰ ਮੈਨੂੰ ਲੱਗਦਾ ਜਦੋਂ ਮੈਂ ਇਲੈਕਟ ਹੋਈ ਤੇ ਜਿੱਤ ਪ੍ਰਾਪਤ ਕੀਤੀ, ਤੇ ਉਸ ਟਾਈਮ ਦੇ ਉੱਪਰ ਅੰਕਲ ਪ੍ਰਕਾਸ਼ ਬਾਦਲ ਹੋਰਾਂ ਦੀ ਸਰਕਾਰ ਸੀ, ਤੇ ਉਹਨਾਂ ਨੇ ਕਿਹਾ ਕਿ ਏਦਾਂ ਇੰਡੀਆ ਦੀ ਧੀ ਨੇ ਜਿੱਤ ਪ੍ਰਾਪਤ ਕੀਤੀ ਤੇ ਅਸੀਂ ਪੰਜਾਬ ਦੇ ਵਿੱਚ ਇਨਵਾਈਟ ਕਰਦੇ ਹਾਂ। ਜੀ ਤੇ ਜਦੋਂ ਉਹਨਾਂ ਨੇ ਇੱਕ ਦੋ ਬਹੁਤ ਵੱਡੇ ਸਕੇਲ ਤੇ ਫੰਕਸ਼ਨ ਕੀਤੇ, ਮੈਂ ਜਦੋਂ ਵੀ ਸਪੀਚ ਕਰਨੀ ਨਾ, ਲੋਕਾਂ ਨੇ ਉੱਠ ਕੇ ਤਾੜੀਆਂ ਮਾਰਨ ਲੱਗ ਜਾਣੀਆਂ। ਤੇ ਹੂੰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਹ ਤੇ ਬੜਾ ਵਧੀਆ ਰਿਸਪਾਂਸ ਆਉਂਦਾ ਪਿਆ ਹੈ। ਜੀ ਉਹ ਕਹਿੰਦੇ ਬੇਟਾ ਤੇਰੀ ਸ਼ਕਲ ਵੇਖ ਕੇ ਤੈਨੂੰ ਤਾੜੀਆਂ ਮਾਰੀ ਜਾਂਦੇ ਨੇ, ਉਹਨਾਂ ਦੀ ਤੇਰੀ ਇੰਗਲਿਸ਼ ਇੱਕ ਪੱਲੇ ਵੀ ਨਹੀਂ ਪੈਂਦੀ ਪਈ, ਪੰਜਾਬੀ ਬੋਲਿਆ ਕਰ। ਸੋ ਉਸ ਤੋਂ ਬਾਅਦ ਮੈਂ ਪੰਜਾਬੀ ਫਲੂਐਂਟਲੀ ਬੋਲਣਾ ਸ਼ੁਰੂ ਕੀਤੀ। ਜੀ ਐਂਡ ਖਾਸ ਕਰਕੇ ਜਿਹੜਾ ਮੇਰਾ ਬਰੈਂਪਟਨ ਦਾ ਹਲਕਾ ਸੀ, ਉਹਦੇ ਵਿੱਚ ਬਹੁਤ ਸਾਰੇ ਬਜ਼ੁਰਗ ਸੀ, ਤੇ ਬਜ਼ੁਰਗਾਂ ਨੂੰ ਤੇ ਇੰਗਲਿਸ਼ ਬੋਲਣੀ ਨਹੀਂ ਆਉਂਦੀ। ਸੋ ਹੂੰ ਮੈਂ ਉਹਨਾਂ ਨਾਲ ਉਹਨਾਂ ਦੀ ਬਹੁਤ ਮਦਦ ਕੀਤੀ ਹੈ, ਸਪੋਰਟ ਕੀਤੀ ਹੈ, ਉਹਨਾਂ ਦੀ ਹੈਲਪ ਕੀਤੀ ਹੈ। ਤੇ ਫਿਰ ਜੀ ਉਹਨਾਂ ਨੇ ਜਦੋਂ ਵੀ ਮੇਰੇ ਨਾਲ ਆ ਕੇ ਬਹਿਣਾ, ਅਸੀਂ ਪੰਜਾਬੀ ਦੇ ਵਿੱਚ ਗੱਲਬਾਤ ਕੀਤੀ, ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਨਾਲ ਕਨੈਕਸ਼ਨ ਬਣਾਉਣਾ ਬਹੁਤ ਜ਼ਰੂਰੀ ਹੈ। ਸੋ ਹੂੰ ਇਸ ਕਰਕੇ ਮੇਰੀ ਪੰਜਾਬੀ ਫਲੂਐਂਟ ਹੁੰਦੀ ਗਈ ਐਂਡ ਨਾਓ ਆਈ ਕੈਨ do your interview here in fluent ਨਹੀਂ Punjabi. ਬਿਲਕੁਲ ਡੈਫੀਨਿਟਲੀ ਮੈਨੂੰ ਲੱਗਦਾ ਕਿ ਪੰਜਾਬ ਪੂਰਾ ਬੜਾ ਪ੍ਰਾਊਡ ਫੀਲ ਕਰ ਰਿਹਾ ਹੋਣਾ ਹੈ ਤੁਹਾਡੀ ਪੰਜਾਬੀ ਸੁਣ ਕੇ, ਜਿੱਥੇ ਤੁਸੀਂ ਜਿਸ ਮੁਕਾਮ ਦੇ ਉੱਤੇ ਹੋ ਉਸ ਮੁਕਾਮ ਦੇ ਉੱਤੇ ਪਹੁੰਚਣ ਦੀ ਵਜ੍ਹਾ ਦੇ ਨਾਲ ਵੀ। ਰੂਬੀ ਜੀ, ਬਹੁਤ ਸਾਰੇ ਸਾਡੇ ਦਰਸ਼ਕ ਐਸੇ ਹੈਗੇ ਨੇ ਜਿਹੜੇ ਕਿਉਂਕਿ ਨਿਊਜ਼ 18 ਪੰਜਾਬ ਨੂੰ ਪੂਰੇ ਦੇਸ਼ ਦੇ ਵਿੱਚ ਦੇਖਿਆ ਜਾਂਦਾ ਹੈ, ਤਾਂ ਮੈਂ ਥੋੜੇ ਸਵਾਲ ਤੁਹਾਡੇ ਤੋਂ ਹਿੰਦੀ ਦੇ ਵਿੱਚ ਵੀ ਜਾਣਨਾ ਚਾਹ ਰਿਹਾ ਹਾਂ। ਹੋਪਫੁਲੀ ਜਿਵੇਂ ਤੁਸੀਂ ਪੰਜਾਬੀ ਔਰ ਇੰਗਲਿਸ਼ ਕੰफर्टेबल हो, हिंदी ਦੇ ਵਿੱਚ भी होंगे। मेरा सवाल आपसे ये है कि इस समय दुनिया में बहुत सारे देशेज इकोनॉमिक क्राइसिस से गुजर रहे हैं। आपने ऑलरेडी जिक्र कर दिया, आपके बहुत सारी स्टेटमेंट्स ऐसी हैं जिसमें आपने जिक्र किया कि जो प्राइसेस हैं वहाँ पर, लॉ एंड ऑर्डर की सिचुएशन है, वो सारी चीज़ें आपके जहन में हैं। इलेक्शन में आपका एग्जैक्टली एजेंडा क्या रहेगा? इलीगल माइग्रेंट्स, या फिर लॉ एंड ऑर्डर के इशूज़, या फिर ये इकोनॉमिक क्राइसिस, या एग्जैक्टली किसके ऊपर आप ज़्यादा फोकस कर रहे हैं पूरे कनाडा के इलेक्शंस में? हमारी जो इलेक्शन कैंपेन है, हमने वो इशू जो है रेज की है जो लोगों को सारे कनाडा में उनको दुख पहुंच रहा है, उनको मुश्किलें आ रही हैं, उनको चैलेंजेस हो रही हैं। हमारे जो इश्यूज हैं, जो जिसकी मैं आवाज उठा रही हूँ, वो जी हमारी आवाज नहीं है, वो लोगों की आवाज है जो कनाडा में रहते हैं, जो उनको डे टू डे प्रॉब्लम्स आती हैं। जी हमारा जो एजेंडा होगा, कनाडा की प्राइम मिनिस्टर हमारी इलेक्शन होके जी हमारा जो एजेंडा होगा कि जो लोगों की आवाज कैसे उठाऊं, उनको जो उनकी जिंदगी है, जो उनकी लाइव्स है, जो हमारा देश है, हम उनको कैसे अच्छा बनाएं। सो हम एक दो चीजें में काफी इंपॉर्टेंट चल रही है कनाडा में। पहली बात तो ये है, जो घर की प्राइसेस है, जी उनकी प्राइसेस जो है इतना इंक्रीज हो गया घर की प्राइसेस की, कि आम जो लोग हैं वो घर ही नहीं खरीद सकते। वो काम भी करते हैं, मेहनत भी करते हैं, सब कुछ करते हैं, पर उनके पास इतने पैसे ही नहीं है कि वो इतनी घर की प्राइसेस ऊपर चली गई हैं। वो प्राइसेस जो है अनअफोर्डेबल जो प्राइसेस हैं जी घर की, हमारा एक मुद्दा होगा कि उनको मदद करने के लिए, तो पॉलिसीज बनाने के लिए कि सब लोग, जो भी कोई घर चाहता है कनाडा में, कि उनको घर मिले। जी दूसरा जी हमारा जो फोकस होगा, एक तो आपने बोल ही दिया कि जो हमारी इकोनॉमिक सिचुएशन है कनाडा में, जी सब चीजें इतनी महंगी हो गई है। हम देखते हैं कि कोई ग्रोसरी भी लेने जाता है, कोई कोई दूध का डब्बा लेने जाता है, कोई ब्रेड भी खरीदने जाता है, जो प्राइसेस पहले थी तो आज है डबल, एक गुना दूस गुना इंक्रीज हो गया उसके प्राइसेस का। जी तीसरा जो है, हम देखते हैं कि इतनी महंगाई हो गई है सब चीजें के लिए। मैंने कल ही अनाउंसमेंट की है कि जब मैं प्रधानमंत्री बनूंगी, जी जो फ्यूल की प्राइसेस है, जो गैस की प्राइस है, जो लोग गैस डालते हैं, जी बच्चे डालते हैं, बुजुर्ग डालते हैं, परिवार डालते हैं, मैंने ये वादा किया लोगों के साथ कि प्रधानमंत्री होके मैं वो जो गैस की प्राइस है, हम उनको लेस लेके आएंगे, तो उसके जो टैक्स है जी उसको रिड्यूस करेंगे। मैम तीसरा जो हम काम कर रहे हैं वो है क्राइम्स, लॉ एंड ऑर्डर में। जी काफी यहाँ पर क्राइम जो रेट है काफी इंक्रीज हो गया है। जी तो मैंने ये बोला कि कोई भी यहाँ पर कोई क्राइम करेगा, उनको टाइम करना पड़ेगा जेल में। सो ऐसे ही हम एक सख्ती बरतेंगे, हम उसको स्ट्रिक्ट करेंगे, जी तो हम ऐसे ही इंश्योर करेंगे कि हमारा जो देश है लोगों के लिए हम सेफ रहे।
हम्म। ਤੇ ਅਖੀਰਲੇ ਵਿੱਚ ਜਿਹਦਾ आपने टच किया था कि हमारी जो इकोनॉमिक सिचुएशन है, जी। हमारे जो अमेरिका में प्राइम प्रेसिडेंट है डोनाल्ड ट्रम्प, जी। उन्होंने ये बोला कि कनाडा के ऊपर एक 25% का टैरिफ का टैक्स लगेगा। जी। हमने ये देखा कि इसमें कि कभी भी कनाडा को आगे आने सालों में कभी एक देश के ऊपर डिपेंड नहीं होना चाहिए। ठीक सो है। हमारा एक ये भी मिशन होगा प्रधानमंत्री होके कि हम कनाडा के जो रिलेशंस है जी। ट्रेड में, इकोनॉमिक में, जी। हम उनको बाकी देशों के साथ उनको ज्यादा बढ़ाएंगे, अच्छे करेंगे तो इंक्रीज करेंगे। हम्म। सो काफी सारे चैलेंजेस हैं एंड हमारे पास काफी एक्सपीरियंस है एक डॉक्टर होने के नाते, एक बिजनेस वुमन होने के नाते, एक तीन जी। बड़ी संसद के मेंबर होने हम्म। के नाते कि ये जितनी भी इश्यूज हैं हम उनको एड्रेस कर सके। आपकी माइग्रेंट्स वाली जो इलीगल इमिग्रेंट्स हैं उसकी स्टेटमेंट के बाद आपको एक नाम लेडी ट्रंप का भी मिल रहा है पूरी दुनिया में, आप तक भी पहुंचा होगा। आप उसको पॉजिटिव ले रही हैं? क्योंकि देखिए पूरा इलेक्शन अमेरिका का पूरी दुनिया ने देखा है, हमने इंडिया में बैठ के देखा, तो डोनाल्ड ट्रंप के पूरे इलेक्शन कैंपेन का जो फोकस था वो इलीगल इमिग्रेंट्स तो था, उसमें कोई दो राय नहीं है। वो जैसे ही वो राष्ट्रपति बने और उसके बाद उन्होंने मेक्सिको के बॉर्डर्स को लेकर आदेश जारी कर दिए, ऐसी चीजें उनकी तरफ से की गई हैं। मैं एक दिन ऐसा टाइम आना चाहिए जब लोग कहेंगे कि जो डोनाल्ड ट्रंप है वो रूबी डाला जैसे है। जी। सो मैं कभी भी चाहती नहीं कि किसी की टाइटल लेना हमारा हमारी जो प्रायोरिटी है, हमारी लॉयल्टी है वो हमारे कनाडा के लोगों से है। जी। बट हमने वो लोगों ने ये जरूर लिखा है हम्म। कि सिर्फ कनाडा में रूबी डाला है जो डोनाल्ड ट्रंप से डील बना सकती है। जी। ऐसे ही है कि डोनाल्ड ट्रंप वो भी बिजनेसमैन है, हम्म। मैं जो हूँ मैं भी बिजनेस वुमन हूँ। जी। तो बिजनेस में हम ये सीखते हैं कि जैसे डील है, कुछ भी नेगोशिएट करना है वो कैसे कर सकते हैं। हम्म। सो हमारी दोवें की बहुत स्ट्रॉन्ग पर्सनैलिटीज हैं। जी। सो इसकी वजह से हम इकट्ठे बैठेंगे, हम डील करेंगे, हम डील बनाएंगे। जी। वो हमारी जितने भी देशवासी जितने भी लोग रहते हैं हमारे कनाडा में, हमारे देश के लिए हम्म। सबसे अच्छा होगा एंड वी विल विन as people and as a country if Donald Trump and I sit down and negotiate the best deal for हम्म। our countries and our citizens. मैम एक इंडिया के रिलेशंस के साथ भी मैं सवाल जरूर, क्योंकि पिछले 1.5-2 साल में जिस तरह से इंडिया और कनाडा के रिलेशंस रहे हैं, कोई बहुत आप कहें कि अच्छे नहीं थे। अगर आप प्रधानमंत्री की कुर्सी पर पहुंचती हैं तो उन रिलेशंस को लेकर, क्योंकि देखिए पंजाब का हम जिक्र कर रहे हैं लेकिन पूरे देश से अलग अलग कोनों से भी इंडियंस जो हैं वो कनाडा में गए हैं, वहां पर रहते हैं, और दो बड़े देश हैं इंडिया और कनाडा, इनके रिलेशंस को आप किस तरह से देख रहे हैं? और बतौर प्रधानमंत्री अगर आपको ये मौका मिलता है तो इसको कैसे हैंडल करेंगी? पहले तो मैं कहना चाहती हूँ कि प्राइम मिनिस्टर की कैंडिडेट होने के नाते ते प्राइम मिनिस्टर बन के भी हमारी जो लॉयल्टी है, हमारा जो प्रायोरिटी है वो हमारे देश को लोगों के लिए होगा, टू ensure that we protect the safety and the security जी। of our citizens and our country. हम्म। पर जैसे मैंने बोला कि मैं बता रही थी कि डोनाल्ड ट्रंप से ऐसे बहुत थ्रेट आ रहे हैं टैक्स के लिए, हमको ये भी सीखने के लिए मिलता है कि जो कनाडा हमारा देश है, हमको कभी भी नहीं एक कंट्री में डिपेंड करना चाहिए। जी। बाकी कंट्रियों के साथ संबंध अच्छे रखने, उनके साथ ट्रेड का, इकोनॉमिक का पार्टनरशिप उसको स्ट्रेंथन करना, उसको इंक्रीज करना एक बहुत जरूरी चीज है। जी। हम एक कंट्री के साथ काम करेंगे, ऐसे थ्रेट मिल जाएगा तो सारी इकोनॉमी का यू नो सारी इकोनॉमी का क्या होता है कि उसको इम्पैक्ट कर जाता है। पर जो हम्म। बाकी कंट्रियों के साथ हम उसको स्ट्रांग रखेंगे, मजबूत रखेंगे रिलेशंस, जी। हमारे देश के लिए, लोगों के लिए अच्छा होगा। डेफिनेटली। मेरे एक दो और क्वेश्चंस हैं, मैं वो ज़रूर आपसे लेना चाहूँगा। देखिए बेशक आप 2004 में एमपी बनी, फर्स्ट सिख वुमेन के तौर पर कनाडा में, पूरी दुनिया में आपकी चर्चा हुई, लेकिन आपकी चर्चा जब आप 10 साल की थी तब भी हुई। जब मैं आपको पढ़ रहा था आपके बारे में तो आपने एक लेटर लिखी थी इंदिरा गांधी को जब आप 10 साल के थे। अगर वो किस्सा बता पाएं, आपकी बात हुई थी इंदिरा गांधी, उस समय देश की प्रधानमंत्री थी भारत की, अगर कुछ वो शेयर कर पाएं। जब हम छोटे थे, या मेरे जी। ख्याल बाकी जो बच्चे हैं कार्टून देखते थे, पर जी। हमारे मम्मी हर वाले कहते थे हमको, हमारे भाई को, कि आपने ना न्यूज चैनल देखना है। जी। तो मुझे याद है कि हम बहुत छोटी थी उस टाइम में, तो जब न्यूज देखती थी हम देखती थी कि हमारे
सिखों में कितना अटैक हो रहा है, जी। कितने फैमिलीज बर्बाद हो रही हैं, हम्म। कितने सिख अपने सिख लोगों को कितना उनकी डेथ्स हो रही है, कितना ही कुछ हो रहा है जी। इंडिया में। ये हम्म। जब मैं न्यूज चैनल में देखती थी मुझे एक बहुत दुख लगता था। जी। तो मैंने अपनी मम्मी को बोला कि मैं ना प्राइम मिनिस्टर को बोलना चाह रही हूँ कि ये बहुत गलत हो रहा है, तो आप प्लीज स्टॉप करिए जितना भी हमारा लड़ाई झगड़ा सब अटैक्स हो रहे हैं सिख के ऊपर। जी। सो मैंने क्या किया कि मैंने एक चिट्ठी लिखी उनको, कि रिक्वेस्ट करने के लिए कि ये जितने भी अटैक हो रहे हैं आप हमारे सिख लोगों की स्टॉप होना चाहिए। हम्म। ते मुझे तो प्राइम मिनिस्टर जानती भी नहीं थी, मुझे एड्रेस भी नहीं मालूम था। सो मैंने क्या किया कि उसको चिट्ठी लिख के एनवलप में डाल के ते लिख दिया, प्राइम मिनिस्टर ऑफ इंडिया, न्यू दिल्ली, इंडिया। हम्म। ते मुझे याद है कि 2 वीक बाद से जब चिट्ठी मैंने मेल की थी, जी। ते 2 वीक बाद हमारा डोरबेल का रिंग हुआ। ते जब उन्होंने दरवाजा खोला ते मेलमैन था, कहता आपके लिए ना एक चिट्ठी आई है। तो हमने देखा, जब वो चिट्ठी का वो पीछे पहले सील लगती होती ना रेड कलर की, जी बिल्कुल। हमने जब वो चिट्ठी खोली सील की देखा, तो प्रधानमंत्री इंदिरा गांधी ने मुझे चिट्ठी लिखी। जी। तो उन्होंने उसमें लिखा था कि उन्होंने क्या क्या हुआ है, ये क्या सिचुएशन है। फिर उन्होंने मुझे इनविटेशन भी दी है इंडिया आने के लिए। हम्म। ते हम लंदन इंग्लैंड में थे। जी। ते हमारी रात को फ्लाइट थी, ते उसी रात को उनका असैसिनेशन हो गया था। से हम्म। हम उनको कभी मिले नहीं थी। पर जी। मैंने ये सीखा था जरूर कि जिंदगी में दुनिया में कोई भी जगह में रहते हो, राइट। हम्म। अभी पावे आप यंग हैं जो ओल्ड हैं, जो आप अमीर हैं जो गरीब हैं, जी। कोई फर्क नहीं पड़ता। जे आप कोई डिफरेंस लाना चाहते हैं, जी। जे आप चाहते हैं कि अपनी आवाज उठानी, हमारे पास इतनी सब लोगों के दिलों में इतनी इच्छा होनी चाहिए कि वो आवाज हम उठा सकते हैं। सो हम्म। मैं 10 साल से हमारी सिख कौम के लिए मैंने ये आवाज उठाई थी। तो मैं बहुत थैंक यू करती हूँ बाबा जी का कि उन्होंने मुझे आज तक एक मौका दिया है हमारे देश का तो लोगों का सेवा करने का। एक प्रधानमंत्री का आपने जिक्र कर दिया, इंदिरा गांधी जी का। एक मौजूदा समय में प्रधानमंत्री हैं देश के, नरेंद्र मोदी। आप हाँ जी। उनकी पर्सनैलिटी को कैसे देखते हैं? आप कनाडा में, क्योंकि पिछले कुछ टाइम में इंडिया में इस चीज़ का जिक्र हुआ, या जो उनके समर्थक हैं वो चीज़ का जिक्र करते हैं कि ग्लोबली इंडिया की रेपुटेशन बहुत ज़बरदस्त हुई है जब से वो प्रधानमंत्री बने हैं। आप किस तरह से देखते हैं भारत के मौजूदा समय के प्रधानमंत्री को? हाँ जी, जब अपने प्राइम मिनिस्टर है इंडिया के, प्राइम मिनिस्टर मोदी जी इंडिया में पहले जो सरकार थी तो अभी भी जो सरकार है एक कराते हैं प्रवासी भारतीय दिवस। जी। वो जितने भी हमारे लोग हैं इंडिया से जितना भी भाईचारा रहता है दुनिया में, वो सब इंडिया में बुलाते हैं जनवरी में। तो सब लोगों को अपॉर्चुनिटी मिलती है एक दूसरे की मिलने के लिए, जो इम्पोर्टेंट इश्यूज है उसको डिस्कस करने के लिए। तो मुझे याद है कि जब मोदी जी चीफ मिनिस्टर थे जी। गुजरात में, हम्म। उस टाइम में उन्होंने वो कॉन्फ्रेंस में आए थे। ते मैं स्पीच दे रही थी उस टाइम में स्टेज के ऊपर। तो मैं जी। की नोट स्पीच दे रही थी। तो जब स्पीच खत्म हुई, जो मोदी जी हैं हमारे पास आए, कहते आपने भाषण बहुत अच्छा दिया है। जी। तो मैंने उनका थैंक यू किया। तो उन्होंने बोला कि मैं ना आपको गुजरात में इनवाइट करना चाहती हूँ। तो हम्म। मैंने सोचा कि जब नेक्स्ट टाइम इंडिया आएंगे तो हम जरूर जाएंगे गुजरात में। वो कहते नहीं, मैं चाहता हूँ कि आप जाने से पहले प्लीज जरूर आइए, मैं एक फंक्शन करा रहा हूँ लड़कियों के लिए। तो मैं चाहता हूँ कि आप भी वो लड़कियां के फंक्शन में आके ते आप प्लीज भाषण दिए। जी। सो मोदी जी ये अब चीफ मिनिस्टर थे उस टाइम गुजरात में, उन्होंने जी। बड़ौदा में किया था फंक्शन। जी। फिर मैं बड़ौदा में गई थी, तो उस टाइम ने उन्होंने मुझे ते एक दलाई लामा थे, जी। हम दोनों को उन्होंने इनविटेशन दी थी एज अ चीफ गेस्ट भाषण देने के लिए। जी। एंड मुझे अभी तक याद है कि वो जितनियां भी लड़कियां थी गुजरात में वो इतनियां खुश हुई थी। वो देखने में उनको मिला था कि एक यंग ऐसे लड़की है जो कनाडा की देश में रहती है, ते जिंदगी में वो जो कुछ भी उनकी दिल में इच्छा है वो कर सकते हैं। जी। सो मुझे उस टाइम से जानते हैं। ते पिछले साल में उन्होंने 10 हमारे ग्लोबल इंडियन को ऑनर किया था। ते हम्म। उन्होंने मुझे भी उसमें एक ऑनर दिया था कि हमारी कम्युनिटी की दुनिया में जहाँ पर कोई कनाडा बसता है, कोई अमेरिका में, ऑस्ट्रेलिया में,
कोई भी जगह में कोई दुनिया जी। में वसता है, मैं हर वाले अपनी कम्युनिटी की आवाज उठाती हूँ। हम्म। सो उन्होंने एक ऑनर दिया था। हमारे सब लोग जितने भी जीते थे अवार्ड उनको घर भी बुलाया था। सो आई थिंक कि उन्होंने इंडिया की जो लीडरशिप कर रहे हैं जी। एज ए प्राइम मिनिस्टर, और काफी वरी जीत चुके हैं। एंड आई थिंक कि हमारे देश के लिए कनाडा में हम ऐसे इकोनॉमिक रिलेशंस जो है, हमारे जो ट्रेड के रिलेशन है, जी। हम उसको एकदम स्ट्रॉन्ग करना चाहते हैं। हम्म। चलिए मैम, बहुत बहुत शुक्रिया, धन्यवाद हमारे साथ जुड़ने के लिए। पूरा पंजाब, पूरा देश प्राउड फील करता है कि इतनी बड़ी रेस में आप हैं और जिस मुकाम के ऊपर पहुंची हैं। वेरी ऑल द बेस्ट। पंजाबियों की ओर से भी, इंडियंस की ओर से भी शुक्रिया बहुत बहुत हमारे साथ जुड़ने के लिए। थैंक यू वेरी मच, एंड थैंक यू आपका सब को देख रहे हैं। एंड मैं बस यही रिक्वेस्ट करूंगी कि आप प्लीज दुआ करिए, पाठ करिए, जब अरदास करेंगे, आपने पूजा करेंगे, जी। आप प्लीज बस दिल में ही रखिए कि हम एक बहुत बड़ी गिनती में इसको जीत प्राप्त करिए, तो इसका एक बड़ी हिस्ट्री कैम करिए।